जी अस्सलाम वालेकुम जी। खालिद महमूद पी के बुरे वाला हम बनेंगे आप दोस्तों की आवाज़। दोस्तों जिन्नी भी महफल लगी खड़ी आ सारी महफल की तरफों जिन्ने भी दोस्त साड़ी ये वीडियो देख रहे आ इन्हां सारे दोस्तों नूं अस्सलाम वालेकुम जी। दोस्तों ये जिहड़ी लम्हात आना जिहड़े बड़े पुरसकून शांगा मांगा दे विच बादी भी छड्डी बैठे आ ते जंगल दी सैर भी करी जाने आ ते नाले दोस्तां नूं मज़ा भी दे रहे हैं टिप्पां भी दसदे पे दोस्तां नूं मैसेज दिओ ਜਿਹੜੇ ਬੰਦੇ ਨਾ ਬਣਾ ਛੱਡਦੇ ਸ਼ਿਕਾਰ ਕਰਦੇ ਆ ਨਾ ਜਿਹੜੇ ਬੰਦੇ ਦੇਖੋ ਇੱਕ ਬਾਜੀ ਛੱਡ ਲਈ ਆ ਜੀ ਸਾਡਾ ਤੇ ਮੁਖਾਲਫ ਆ ਉਹ ਮੁਖਾਲਫ ਕਾਦਾ ਜੇ ਮੁਖਾਲਫ ਨਹੀਂ ਹੋਏਗਾ ਸ਼ੌਕ ਕਾਦਾ ਹੋਣਾ ਲੇਕਿਨ ਮੁਖਾਲਫਤ ਰੱਖੋ ਥੋੜੀ ਜੀ ਬਸ ਇੰਨੀ ਕੁ ਬਾਹਰ ਉੜਦੇ ਬਾਕੀ ਬੰਦਿਆਂ ਦੀ ਆਦਤ ਆ ਜੀ ਮੈਂ ਤੈਨੂੰ ਬੁਲਾਉਣਾ ਕਿਉਂ ਨਹੀਂ ਇਹ ਕਿਉਂ ਫਲਾਣੇ ਕੋ ਬੈਠਾ ਇਹਨੇ ਜਾ ਕੇ ਉਸ ਨਾਲ ਸਲਾਮ ਕਿਉਂ ਲਈ ਇਹ ਉਹਨਾਂ ਸ਼ਿਕਾਰੀਆਂ ਵਾਸਤੇ ਮੈਸੇਜ ਆ ਸਾਡਾ ਕਿ ਤਲਕ ਵਧਾਓ ਸ਼ਿਕਾਰ ਦੇ ਵਿੱਚ ਤਲਕ ਆ ਇਹ ਵੇਖੋ ਜੀ ਨਵੀਦ ਮੇਰੇ ਕੋਲ ਆਇਆ ਸਿੰਧ ਤੁਸੀਂ ਕਦੀ ਸਿੰਧ ਆਓ ਤੇ ਕਬੂਤਰਬਾਜ਼ੀ ਦਾ ਜਿਹੜਾ ਸ਼ੌਂਕ ਹੈ ਨਾ ਤੁਸੀਂ ਕਹੋਗੇ ਕਿ ਵਾਕਈ ਕਬੂਤਰਬਾਜ਼ੀ ਦਾ ਸ਼ੌਂਕ ਇੱਥੇ ਉੱਥੇ ਆਪਣਾ ਮੁਖਾਲਿਫ ਵੀ ਨਾਲ ਹੀ ਹੈ ਦੋਸਤ ਵੀ ਨਾਲ ਹੈ ਸਾਰੇ ਸ਼ੌਂਕੀਨ ਨਾਲ ਹੀ ਬੈਠੇ ਨੇ ਸਾਰਿਆਂ ਨੂੰ ਇੱਕ ਹੀ ਇੱਜ਼ਤ ਮਿਲਦੀ ਹੈ ਸਾਰਿਆਂ ਨੂੰ ਉੱਥੇ ਨਾ ਸਰਦਾਰ ਸਾਹਿਬ ਮੋੜਾਂ ਦੀ ਬਾਜ਼ੀ ਉੱਡੀ ਮੈਂ ਚਲਾ ਗਿਆ ਜਦੋਂ ਉੱਥੋਂ ਉਹ ਸ਼ਹਿਰ ਦੇ ਪਤਾ ਲੱਗਿਆ ਨਾ ਐਂ ਕਰਕੇ ਸਰਦਾਰ ਨਵੀਦ ਆਇਆ ਉਸਤਾਦ ਰਾਂ ਦਾ ਸ਼ਗਿਰਦ ਤੇ ਉੱਥੇ ਵਾਵਾ ਬੰਦੇ ਉਹ ਆ ਗਏ ਉਹਨਾਂ ਟੋਪੀ ਅਧਕਰ ਉਹਨਾਂ ਦਾ ਰਿਵਾਜ ਹੁੰਦਾ ਨਾ ਬਿਲਕੁਲ ਟੋਪੀ ਉਹ ਕੋਈ 10-15 ਬੰਦੇ ਲੈ ਕੇ ਆ ਗਏ ਉਹਨਾਂ ਮੈਨੂੰ ਬੜੀ ਇੱਜ਼ਤ ਦਿੱਤੀ ਤੇ ਤੁਸੀਂ ਸਾਡੇ ਸ਼ਹਿਰ ਆਏ ਸ਼ੌਂਕ ਕੀਤਾ ਤੇ ਜੇ ਹੁੰਦਾ ਆਪਣਾ ਇਲਾਕਾ ਤੇ ਇਹਨਾਂ ਬੈਠਾ ਭਲਾ ਕੀ ਆਣਾ ਸੀ ਉਹਨਾਂ ਸੀ ਉਸਤਾਦ ਉਹਨਾਂ ਨਾਲ ਰਾਤੀ ਉਹ ਉਸਤਾਦ ਹੈ ਉਹਨਾਂ ਭਲਾ ਕੀ ਆਣਾ ਸੀ ਸਵੇਰੇ ਨਿੱਬਲ ਲੈਣਾ ਐਡਾ ਉਸਤਾਦ ਇਹ ਹਕੀਕਤ ਗੱਲ ਆ ਸਭ ਤੋਂ ਪਹਿਲੀ ਗੱਲ ਇਹ ਆ ਜਾਂਦੀ ਆ ਉਹਨਾਂ ਭਾਈ ਨਿੱਬਲ ਲੈਣਾ ਫੈਸਲਾਬਾਦ ਐਡਾ ਆ ਗਿਆ ਇੱਥੇ ਜਿੱਤੇਗਾ ਸਾਨੂੰ ਦੱਸੀ ਉਧਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਸਾਡੇ ਸ਼ਹਿਰ ਆਇਆ ਸਾਰਿਆਂ ਅਧਗੜ ਟੋਪੀ ਬੜੀ ਵੀਡੀਓ ਬਣਾਈ ਬਹੁਤ ਵੈਲਕਮ ਕੀਤਾ ਕਿ ਸਾਡੇ ਤੋਂ ਸ਼ਹਿਰ ਆਇਆ ਤੇ ਆਪਣੇ ਇਨਸ਼ਾਅੱਲਾ ਕਿਤੇ ਵੀ ਸਿੰਧ ਕਿਤੇ ਵੀ ਸ਼ਹਿਰ 'ਚ ਚਲੇ ਜਾਓਗੇ ਨਾ ਇਨਸ਼ਾਅੱਲਾ ਉਸਤਾਦ ਹੋਵੇ ਕਬੂਤਰ ਪਰਵਰੀ ਹੋਵੇ ਇਨਸ਼ਾਅੱਲਾ ਉਹਦੀ ਐਵੇਂ ਇੱਜ਼ਤ ਹੋਏਗੀ ਜਿਵੇਂ ਉਹ ਉਹਨਾਂ ਦਾ ਉਸਤਾਦ ਹੈ ਮੇਰਾ ਉਸਤਾਦ ਨਹੀਂ ਸਰਦਾਰ ਸਾਹਿਬ ਇਨਸ਼ਾਅੱਲਾ ਸਾਰੇ ਮੁਖਾਲਿਫ ਵੀ ਐਵੇਂ ਇੱਜ਼ਤ ਕਰਨਗੇ ਸਰਦਾਰ ਸਾਹਿਬ अगले साल इंशाअल्लाह ताला हुण इलाका जिहड़ा मैं सारा इधरला फिर लिया लाहौर तक ते हुण अगले साल मैं एंट्री कराउणी कराची ग्राउंड च ਕੋਰੰਗੀ हाँ वो ग्राउंड ਨੂੰ ਵਿਨ ਕਰਨਾ ਜਿੰਨੀ ਦੇਰ ਤੱਕ ਉਹਨੇ ਕਰਾਚੀ ਐਵੇਂ ਗੱਲ ਹੈ ਅਗਰ ਪੀਕੇ ਸਾਹਿਬ ਉੱਥੇ ਪਹੁੰਚੇ ਨਾ ਤੇ ਮੈਂ ਵੀ ਤੇ ਸਰਦਾਰ ਵੀ ਪਹੁੰਚਾਂਗੇ ਚਲੋ ਫਾਈਨਲ ਹੋ ਗਈ ਜੀ ਪੱਕੀ ਹੋ ਗਈ ਨਾ ਐਂਟਰੀ ਤੂੰ ਕਰਾ ਲਈ ਏ ਐਂਟਰੀ ਤਾਂ ਮੈਂ ਕਰਾਉਣੀ ਆ ਉੱਥੇ ਚੈਂਪੀਅਨ ਬਣਨਾ ਉੱਥੇ ਉਹ ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਮੈਂ ਉੱਥੇ ਅਨਾਉਂਸਮੈਂਟ ਕਰਨੀ ਆ ਮੈਂ ਐਂਟਰੀ ਵੀ ਆਪ ਉੱਥੇ ਉਡਾਉਣੀ ਆ ਸਿੱਧੇ ਕਬੂਤਰ ਡਾਂਦੇ ਜਿਹੜੇ ਗਰਾਊਂਡ ਦੇ ਵਿੱਚ ਲਾਉਣੇ ਆ ਮੈਦਾਨ ਦੇ ਵਿੱਚ ਗਰਾਊਂਡ ਤੇ ਉਡਾਉਂਦੇ ਨੇ ਕੋਰੰਗੀ ਉਹ ਆਪਣਾ ਕਾਇਦਾਬਾਦ ਦੇ ਪਤਾ ਨਹੀਂ ਕਿਹੜਾ ਇਲਾਕਾ ਹੈ ਕਾਇਦਾਬਾਦ ਦਾ ਇਲਾਕਾ ਹੈ ਉੱਥੇ ਸੱਸੀ ਟੂਲ ਪਲਾਜ਼ੇ ਦੇ ਇਲਾਕੇ ਜਾ ਜਾਂਦਾ ਹੈ ਇੱਥੇ ਉਹ ਉਡਾਉਂਦੇ ਨੇ ਆਪਣਾ ਦੜਾਈ ਉਡਾਉਂਦੇ ਨੇ ਜਿਵੇਂ ਇੱਥੇ ਪੰਜਾਬ ਦੇ ਰੂਲ ਦੇ ਮੁਤਾਬਿਕ ਉਡਾਉਂਦੇ ਨੇ ਪਿੱਛੇ ਕਰਾਂਚੀ ਪਰ ਉਹ ਸਰਦੀ 'ਚ ਉੱਡਦਾ ਹੈ ਉੱਥੇ ਤਾਂ 22 ਮੋੜ ਵੀ ਹੋ ਜਾਏਗਾ 25 ਮੋੜ ਵੀ ਹੋ ਜਾਣਗੇ ਉੱਡਣੇ ਆ ਹਾਂ ਉੱਡਣਗੇ ਉੱਥੇ ਕਬੂਤਰ ਲਾਉਣੇ 6 ਕਬੂਤਰ ਉੱਡਣੇ ਆ ਤੇ ਚੈਂਪੀਅਨ ਉੱਥੇ ਦੇਖਣਾ ਕਿਹੜਾ ਬੰਦਾ ਨਹੀਂ ਇਸ ਤੋਂ ਵੱਡੀ ਠੰਡ ਕਿਹੜੀ ਚਾਹੀਦੀ ਹੈ ਚਾਚਾ ਖਾਲਦ ਵੇਖ ਪਿੱਛੇ ਟ੍ਰੇਨ ਵੀ ਸਰ ਠੰਡ ਦੇ ਕਰਾਣੀ ਮੋੜ ਦਾ ਡਾ ਲਈਏ ਤਾਂ ਹੱਸਦਾ ਪੀਕੇ ਸਾਹਿਬ ਰੱਛੇ ਕਬੂਤਰ ਉਡਾਉਂਦੇ ਮੋੜ 'ਚ ਬਾਬਾ ਜੀ ਹਾਰ ਜਿੱਤ ਵੇਖੋ ਅੱਗੇ ਵੀ ਸਾਡਾ 14 ਦਿਨ ਸਾਡੇ ਬੱਚੇ ਉੱਡੇ ਪਿੰਡ ਕਹਿਲੇ ਤੁਹਾਨੂੰ ਪਤਾ ਫਿਰ ਕਮੇਟੀ ਸਾਲਸ ਨਾਲ ਬਰਾਬਰ ਕਰਾਤੇ ਹੁਣ 28 ਤਰੀਕ ਨੂੰ ਉੱਥੇ ਫਿਰ ਪਵੈਂਡ ਪਿੰਡ ਕਹਿਲੇ ਤੇ 4 ਬੱਚੇ ਉੱਥੇ ਬੱਚਿਆਂ ਦੇ ਚੈਂਪੀਅਨ ਬੈਠੇ ਨੇ ਅੱਜ ਫਿਰ ਬਕਾਇਆ 7-8 ਪਿੰਡਾਂ ਦੇ ਪੀਕੇ ਸਾਹਿਬ ਰਾਂ ਦੀਆਂ ਐਂਟਰੀਆਂ ਨੇ ਸਰਦਾਰ ਸਾਹਿਬ ਰਾਂ ਦੀਆਂ ਇੰਜ ਕਰਕੇ ਇੰਜੋਇਮੈਂਟ ਯਾਰ ਵੇਖੋ ਸ਼ੌਂਕ ਕਰੋ ਕਾਫਲਾ ਜਿਹੜਾ ਟੋਰਿਆ ਨਾ ਸ਼ੌਂਕ ਵਾਲਾ ਕਿਨੂੰ ਵੇਖੋ ਸ਼ੌਂਕ ਵਾਲਾ ਕੀ ਹੈ ਅੱਜ ਇੱਥੇ ਬੈਠੇ ਆ ਮੈਂ ਘਰ ਵੀ ਸਰਦਾਰ ਸਾਹਿਬ 21 ਬਾਜ਼ੀਆਂ ਨੇ ਮੇਰੀਆਂ ਲੱਖ ਰੁਪਏ ਮੋੜ ਜਿਗਰਾ ਤੇਰਾ ਭਾਈ ਸਾਰੇ ਤੇ ਇੱਥੇ ਅਸੀਂ ਬੈਠੇ ਆ ਘਰ ਵੀ ਕਬੂਤਰ ਉੱਡਦੇ ਪਏ ਨੇ ਐਂਟਰੀਆਂ ਆਬਲੇ ਦੇ ਧਰੋਂ ਜਾਇਆ ਹੀ ਨਹੀਂ ਜਾਣਾ ਕੋਈ 15-20 ਦਿਨ ਤੇ ਪਿੱਛੇ ਭਾਈ ਹੈਗਾ ਕਬੂਤਰ ਉੱਡ ਸ਼ੌਂਕ ਦੀ ਖਾਤਰ ਫੇਰਨੇ ਆ ਨਾ ਨਹੀਂ ਤੇ ਆਖੀ ਸਾਡੀਆਂ ਪਿੰਡ ਬਾਜ਼ੀਆਂ ਲੱਗੀਆਂ ਅਸੀਂ ਘਰ ਹੀ ਰਹਿੰਦੇ 5-6 ਅੱਛਾ ਕੋਈ ਟਿਪ ਵੀ ਦੱਸੋ ਹੁਣ ਟਿਪ ਦੱਸਾਂਗੇ ਕਿਸੇ ਨੇ ਵੀਡੀਓ ਆਪਣੀ ਵੇਖਣੀ ਗੱਲਾਂ ਦੇ ਵਿੱਚ ਨਹੀਂ ਵੇਖਣੀ ਕੋਈ ਟਿਪ ਵੀ ਅੱਛੀ ਤਾਂ ਕੁਝ ਵੀ ਅਬਦੁਰਮਾਨ ਕਿਹੜੀ ਚੀਜ਼ ਦਾ ਟਿਪ ਦੇ ਛੱਡੀ ਆ ਤੂੰ ਹੁਣ ਟਿਪ ਦੇ ਹੁਣ ਤੇਰੇ ਤੋਂ ਪੁੱਛ ਰਿਹਾ ਵੀ ਤੇਰਾ ਮੋੜ ਦੇ ਬਾਰੇ ਕੀ ਸ਼ਡਿਊਲ ਟਿਪ ਕੋਈ ਉਸਤਾਦ ਰਾਂ ਦੇ ਬਾਰੇ ਉਸਤਾਦ ਰਾਂ ਕੋ ਪੁੱਛ ਲਓ ਹਾਂ ਉਸਤਾਦ ਕਬੂਤਰਬਾਜ਼ੀ ਦੇ ਬਿਮਾਰੀ ਵਾਸਤੇ ਜਿਹੜੀ ਮਰਜ਼ੀ ਪੁੱਛੋ ਜੀ ਤੁਸੀਂ ਪੁੱਛਣਾ ਅੱਛਾ ਅਸੀਂ ਪੁੱਛ ਲੈਨੇ ਆ ਲਿਆ ਫੜਾਓ ਅਸੀਂ ਪੁੱਛ ਲੈਨੇ ਆ ਕਬੂਤਰ ਭਾਵੇਂ ਮੁਖਾਲਿਫ ਦਾ ਹੋਵੇ ਕਿਸੇ ਦੋਸਤ ਦਾ ਹੋਵੇ ਬਿਮਾਰ ਹੋਵੇ ਨਾ ਹਾਂਜੀ ਉਸਤਾਦ ਉਹ ਹੀ ਹੁੰਦਾ ਹੈ ਜਿਹੜਾ ਉਹਨੂੰ ਬਿਮਾਰੀ ਦਾ ਵੱਲ ਦੱਸ ਦੇ ਨੁਕਸਾ ਦੱਸ ਦੇ ਯਾਰ ਆਪਣਾ ਕਬੂਤਰ ਜਾ ਕੇ ਬਚਾ ਲੈ ਕਬੂਤਰ ਬਚਾਏਗਾ ਨਾ ਮੁਕਾਬਲਾ ਵੀ ਫਿਰ ਉਹਦੇ ਨਾਲ ਹੀ ਹੋਏਗਾ ਜਿਹੜਾ ਕਬੂਤਰ ਬਚਾਏਗਾ ਜੇ ਉਹ ਕਬੂਤਰ ਹੀ ਨਹੀਂ ਹੋਏਗਾ ਮੁਕਾਬਲਾ ਕੀ ਕਰੇਗਾ ਕੋਸ਼ਿਸ਼ ਕਰੋ ਜਿਹੜਾ ਕਬੂਤਰ ਪਰਵਰੀ ਜਿਹੜੇ ਵੀ ਦੋਸਤ ਨੇ ਨਾ ਕਿਸੇ ਦੋਸਤ ਦਾ ਕਬੂਤਰ ਬਿਮਾਰ ਹੋਵੇ ਉਹਨੂੰ ਇਲਾਜ ਦੱਸੋ ਆਪਣਾ ਕਬੂਤਰ ਬਚਾਓ ਮੁਕਾਬਲਾ ਹੁੰਦਾ ਹੈ ਅੱਜ ਇੱਕ ਪੈਰਾਂ ਤੋਂ ਕੱਲ ਕਬੂਤਰ ਬਹਿ ਗਿਆ ਸੀ ਵੀਡੀਓ ਦੇਖ ਰਿਹਾ ਸੀ ਫੌਜੀ ਸਾਹਿਬ ਸੀ ਉਹ ਕਾੜੇ ਤੋਂ
ਤੇ ਉਹਦਾ ਪੈਰ ਨਹੀਂ ਥੱਲੇ ਲਾਉਂਦਾ ਸੀ, ਉਹਦੇ ਵਾਸਤੇ ਵੀ ਪੈਰ ਜੇ ਫਾਲਜ ਹੋ ਗਿਆ ਹੁੰਦਾ ਜਾਂ ਕੀ ਹੋਇਆ ਹੁੰਦਾ, ਉਹਦੇ ਵਾਸਤੇ ਕੀ ਦੇਣਾ ਚਾਹੀਦਾ? ਕਬੂਤਰ ਨੂੰ ਉਸਤਾਦ ਬੜੇ ਬੜੇ ਬੈਠੇ ਨੇ, ਹਰ ਕੋਈ ਕਿਸੇ ਦਾ ਆਪਣਾ ਆਪਣਾ ਵੱਲੇ ਕਬੂਤਰ ਤੇ ਵਾਪਸੀ ਮੋੜਨ ਦਾ ਜਾਂ ਤਿਆਰ ਕਰਨ ਦਾ, ਸਾਰੇ ਉਸਤਾਦ ਆਪਣੇ ਆਪਣੇ। ਪਰ ਜਦੋਂ ਕਬੂਤਰ ਉੱਡ ਕੇ ਆਉਂਦਾ ਹੈ ਨਾ, ਉਹਦੀ ਬਲੱਡ ਪ੍ਰੈਸ਼ਰ ਜਿਹੜਾ ਹੈ ਨਾ ਉਹ ਲੋ ਹੁੰਦਾ ਹੈ, ਸ਼ੂਗਰ ਵੀ ਲੋ ਹੋ ਜਾਂਦੀ ਹੈ ਕਬੂਤਰ ਦੀ। ਅੱਛਾ ਕਾਫੀ ਦੋਸਤ ਹੁੰਦੇ ਨੇ ਬਸ ਐਵੇਂ ਤੁਨ ਕੇ ਪਾਣੀ ਦਿੱਤਾ, ਐਵੇਂ ਕਾ ਪਲਟੀ ਕੀਤਾ। ਜਦ ਪਲਟੀ ਕਰੋਗੇ ਕਬੂਤਰ ਨੂੰ तो ਉਹਦਾ ਫਿਰ ਬਲੱਡ ਪ੍ਰੈਸ਼ਰ ਲੋ ਹੋ ਜਾਏਗਾ, ਉਹ ਪਾਣੀ ਵੀ ਨਹੀਂ ਟੋਰੇਗਾ। ਇਹ ਸਹੀ ਪਾਣੀ ਉਹ ਟੋਰੇਗਾ। ਹਾਂ, ਉਹ ਥੋੜਾ ਜਿਹਾ ਉਹਨੂੰ ਚੁੰਬੋ ਲਾਓ, ਉਹਨੂੰ ਪਲਟੀ ਨਾ ਕਰੋ ਜ਼ਿਆਦਾ। ਪਲਟੀ ਕਰੋਗੇ ਉਹਦਾ ਬਲੱਡ ਪ੍ਰੈਸ਼ਰ ਫਿਰ ਲੋ ਹੋਏਗਾ, ਉਹ ਫਿਰ ਰਾਤਾਂ ਤੇ ਜਾਏਗਾ। ਉਸਤਾਦ ਦਾ ਕਹਿਣਾ ਹੈ ਕਿ ਕਬੂਤਰ ਜਿਵੇਂ ਇਨਸਾਨ ਆ ਨਾ, ਆਦਮੀ ਆ, ਇਵੇਂ ਹੀ ਜਾਨਵਰਾਂ ਦੇ ਵਿੱਚ ਵੀ ਆ, ਇਹਨਾਂ ਨੂੰ ਵੀ ਬਲੱਡ ਪ੍ਰੈਸ਼ਰ ਵੱਧਦੇ ਵੀ ਆ, ਘਟਦੇ ਵੀ, ਇਹਨਾਂ ਨੂੰ ਵੀ ਸ਼ੂਗਰ ਹੁੰਦੀ ਆ। ਇਹ ਨਹੀਂ ਕਿ ਨਹੀਂ ਹੁੰਦੀ, ਇਹਨਾਂ ਨੂੰ ਵੀ ਹੁੰਦੀ ਆ। ਉੱਡ ਕੇ ਆਏਗਾ ਨਾ ਕਬੂਤਰ, ਫਿਰ ਉੱਡ ਕੇ ਆਏ ਕਬੂਤਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਬੂਤਰ ਨੂੰ ਪਲਟਾਇਆ ਨਾ ਜਾਵੇ। ਹਾਂ, ਪਲਟਾਇਆ ਨਾ, ਉਹਦੇ ਚੁੰਮਾ ਲਾਓ ਥੋੜਾ ਜਿਹਾ। ਨਾ ਇੰਜ ਕਰਦੇ ਨੇ, ਕਬੂਤਰ ਬਹਿ ਗਿਆ ਦਵਾ ਦਾ ਸੰਭਾਲਿਆ ਤੇ ਚੱਲ ਕਿਤੇ ਜਾਣਾ ਹੁੰਦਾ। ਹਾਂ, ਕਬੂਤਰਬਾਜ਼ੀ ਸਭ ਤੋਂ ਪਹਿਲੇ ਵਿਹਲੇ ਬੰਦੇ ਦੀ, ਤੇ ਉਹਨੂੰ ਕੋਲ ਹੋਵੇ, ਉਹਨੂੰ ਕੰਮ ਹੀ ਸਿਰਫ ਕਬੂਤਰਬਾਜ਼ੀ ਦਾ ਹੋਵੇ। ਤੇ ਕਬੂਤਰ ਬੈਠੇ ਕਬੂਤਰ ਨੂੰ ਕਿਹੜਾ ਬੰਦਾ ਟਾਈਮ ਦੇਗਾ ਨਾ, ਉਹੀ ਕਬੂਤਰ ਗਰਾਊਂਡ 'ਚ ਵੀ ਆਏਗਾ, ਮੈਦਾਨ 'ਚ ਲੱਥੇ ਕਬੂਤਰ ਨੂੰ ਕਿਹੜਾ ਟਾਈਮ ਦੇਗਾ। ਕਿਹੜਾ ਜਲਦੀ ਸਾਰੇ ਕੰਮ ਕਰੇਗਾ, ਫਿਰ ਉਹ ਮਜ਼ਾ ਉਹ ਚਸ ਨਹੀਂ ਆਏਗਾ। ਉਸਤਾਦ ਜੀ, ਜਿਹੜੇ ਕਬੂਤਰ ਤਕਰੀਬਨ ਵਾਇਰਸ ਵੂਰਸ ਤੋਂ ਬਚਾਉਣੇ ਹੋਣ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਜੇ ਕਬੂਤਰ ਜੇ ਆ ਜਾਏ ਨਾ, ਕਿ ਵਾਇਰਸ ਆ ਜਾਏ, ਕਿਸੇ ਦੋਸਤ ਦੇ ਕਬੂਤਰਾਂ 'ਚ ਵਾਇਰਸ ਆ ਜਾਏ, ਤੇ ਸਭ ਤੋਂ ਪਹਿਲੇ ਜਿਹੜਾ ਕਬੂਤਰ ਨੂੰ ਤੁਸੀਂ ਜੁਲਾਬ ਦੇ ਦਿਓ, ਕਿਉਂਕਿ ਕਬੂਤਰ ਦਾ ਪੋਟਾ ਜਿਹੜਾ ਹੈ ਨਾ ਰੁਕਦਾ ਹੈ, ਫਿਰ ਕਬੂਤਰ ਬਿਮਾਰ ਹੁੰਦਾ ਹੈ। ਵਾਇਰਸ ਵੀ ਆਏਗਾ, ਪੋਟੇ ਤੋਂ ਆਏਗਾ, ਅੰਦਰੋਂ ਜਦੋਂ ਉਹ ਫਿੱਟ ਨਹੀਂ ਹੋਏਗਾ। और दूसरी ਗੱਲ ਉਹ ਨਹੀਂ ਹੋਏਗਾ। ਡੂਫਾਲੈਕਸ ਇੱਕ ਸਿਰਪ ਮਿਲਦਾ ਹੈ, ਡੂਫਾਲੈਕਸ ਇੱਕ ਸਿਰਪ ਮਿਲਦਾ ਹੈ। ਮੈਂ ਦੋਸਤਾਂ ਨੂੰ ਦੱਸਣਾ, ਕਬੂਤਰ ਪਰਵਰੀ ਦੋਸਤਾਂ ਨੂੰ, ਡੂਫਾਲੈਕਸ ਇੱਕ ਸਿਰਪ ਮਿਲਦਾ ਹੈ। ਕਬੂਤਰ ਕਦੀ ਵੀ ਵਾਇਰਸ ਆ ਜਾਏ ਨਾ, ਡੂਫਾਲੈਕਸ ਸਿਰਫ 3 ਦਿਨ ਪਿਲਾਓ, ਇਨਸ਼ਾਅੱਲਾ ਕਬੂਤਰਾਂ ਦੀ ਜਿਹੜਾ ਵਾਇਰਸ ਹੋਏਗਾ ਉਹ ਨਿਕਲ ਜਾਏਗਾ। ਕਾਫੀ ਦੋਸਤ ਐਂਟੀਬਾਇਓਟਿਕ ਦਿੰਦੇ ਨੇ, ਜਿੰਨੇ ਐਂਟੀਬਾਇਓਟਿਕ ਦੋਗੇ ਕਬੂਤਰ ਉਨਾ ਹੀ ਜਿਹੜਾ ਹੈ ਨਾ ਉਹ ਬਿਮਾਰ ਹੁੰਦਾ ਜਾਏਗਾ। ਤੁਸੀਂ ਉਹਨੂੰ ਜੁਲਾਬ ਲਾ ਦਿਓ ਥੋੜਾ ਜਿਹਾ। ਡੂਫਾਲੈਕਸ ਜਿਹੜਾ ਸਿਰਪ ਹੈ ਨਾ, ਬੜਾ ਜ਼ਬਰਦਸਤ ਸਿਰਪ ਹੈ। ਕਬੂਤਰ ਨੂੰ ਬਿਲਕੁਲ ਹਲਕਾ ਜੁਲਾਬ ਲਾਏਗਾ, ਅੰਦਰਾ ਪੋਟਾ ਵੀ ਸਾਫ਼ ਹੋ ਜਾਏਗਾ, ਕਬੂਤਰ ਜਿਹੜਾ ਵਾਇਰਸ ਹੋਏਗਾ ਨਾ ਉਹ ਨਿਕਲ ਜਾਏਗਾ ਇਨਸ਼ਾਅੱਲਾ। ਬਾਕੀ ਜੇ ਬਿਮਾਰ ਹੁੰਦਾ ਹੈ ਕਬੂਤਰ, ਅੱਖਾਂ ਦੀ ਬਿਮਾਰੀ ਆ ਗਈ ਜਾਂ ਪੋਟਾ ਬੰਦ ਹੋ ਗਿਆ, ਉਸ ਵਾਸਤੇ ਤਾਂ ਦੂਜਾ ਇਲਾਜ ਹੈ। ਮੈਂ ਉਹ ਦੱਸਣਾ ਜਿਹਦੇ ਦੋਸਤਾਂ 'ਚ ਵਾਇਰਸ ਆ ਜਾਂਦਾ ਹੈ, ਕਬੂਤਰ 2 ਮਰ ਗਏ, ਕੱਲ 3 ਮਰ ਗਏ, 4 ਮਰ ਗਏ, ਖੁੱਡਾ ਖੁੱਲਦੇ ਨੇ ਤਾਂ 2 3 ਮਰੇ ਪਏ ਨੇ। ਉਹ ਵਾਇਰਸ ਜਿਹੜਾ ਹੈ ਨਾ, ਉਸ ਵਾਸਤੇ ਨਾ ਡੂਫਾਲੈਕਸ ਬੈਸਟ ਕਵਰ ਕਰਨ ਵਾਸਤੇ, ਕਿਉਂਕਿ ਫਿਰ ਕਾਫੀ ਦੋਸਤ ਦਿੰਦੇ ਨੇ ਉਹ ਐਂਟੀਬਾਇਓਟਿਕ ਫਿਰ ਅਸਰ ਨਹੀਂ ਕਰਦਾ। ਉਸਤਾਦ, ਜਿਹੜੇ ਵਿਸਾਖ 'ਚ ਅਕਸਰ ਲੋਕ ਬੱਚਿਆਂ ਦੇ ਦੜੇ ਰੱਖਦੇ ਆ, 2 ਦਿਨ 4 ਦਿਨ 10 ਦਿਨ ਬੱਚੇ ਉੱਡਦੇ ਆ, ਤੇ ਇਹਨਾਂ ਦੀਆਂ ਅਕਸਰ ਅਗਰ ਕਿਸੇ ਨੇ 50 ਬੱਚੇ ਉੱਡੇ ਖੜੇ ਨਾ, ਤੇ ਉਹਨਾਂ ਦੇ ਵਿੱਚੋਂ 30 ਬੱਚਿਆਂ ਦੀਆਂ ਅੱਖਾਂ ਖਰਾਬ ਹੁੰਦੀਆਂ। ਇਹਦੀ ਕੀ ਵਜ੍ਹਾ ਹੁੰਦੀ? ਕਿਸੇ ਨੂੰ ਮੌਕੇ ਨਿਕਲੇ ਹੁੰਦੇ। ਅੱਖਾਂ ਖਰਾਬ ਜ਼ਿਆਦਾਤਰ ਹੁੰਦੀਆਂ ਨੇ ਬਾਰਿਸ਼ਾਂ ਦੇ ਮੌਸਮ 'ਚ। ਬਾਰਿਸ਼ ਹੋ ਗਈ, ਹਵਸ ਹੋ ਜਾਂਦੀ, ਜਾਂ ਖੁੱਡੇ 'ਚ ਤੁਸੀਂ ਵੇਖੋਗੇ ਨਾ ਤਾਂ ਹਵਾ ਦਾ ਜਿਹੜਾ ਹੈ ਨਾ ਉਹ ਨਿਜ਼ਾਮ ਸਹੀ ਨਹੀਂ ਹੈ, ਕ੍ਰਾਸਿੰਗ ਸਹੀ ਨਹੀਂ ਹੈ ਹਵਾ ਦਾ, ਤੇ ਗਰਮਾਇਸ਼ ਹੋ ਜਾਏਗੀ ਅੱਖਾਂ 'ਚ। ਥੋੜਾ ਜਿਹਾ ਕਬੂਤਰ ਜਿਹੜਾ ਹੈ ਨਾ, ਜਿਹੜੀ ਬਾਜ਼ੀ ਛੱਡਦੇ, ਬਾਜ਼ੀ ਦੇ ਦੌਰਾਨ ਦੀ ਗੱਲ ਕਰ ਰਹੇ ਹਾਂ, ਕਿ ਜਦੋਂ ਬਾਜ਼ੀ ਛੱਡਦੇ ਆ ਤੇ ਅਕਸਰ ਕਬੂਤਰਾਂ ਦੀਆਂ ਬੱਚਿਆਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ, ਤੇ ਉਹਨਾਂ ਵਾਸਤੇ ਕੀ ਕਰਨਾ ਚਾਹੀਦਾ? ਉਹ ਵਾਸਤੇ 2 ਟੀਕੇ ਮਿਲਦੇ ਨੇ, ਲਿੰਕੋਸਿਨ। ਅੱਛਾ ਜੀ। ਇੱਕ ਲਿੰਕੋਸਿਨ, ਇੱਕ ਡੈਕਸਾਮੇਥਾਸੋਨ। ਅੱਛਾ, ਇਹ 2 ਇੰਜੈਕਸ਼ਨ ਲੈ ਕੇ ਨਾ, ਤੇ ਉਹਦੇ ਵਿੱਚ ਆਪਣਾ ਬੈਟਨੀਲੋਨ ਇੱਕ ਗੋਲੀ ਮਿਲਦੀ ਹੈ, ਬੈਟਨੀਲੋਨ, ਉਹ ਪਾਊਡਰ ਕਰਕੇ ਨਾ ਤੁਸੀਂ ਉਹ ਡ੍ਰੌਪਸ ਵਿੱਚ ਪਾ ਕੇ ਨਾ 1 ਕਤਰਾ ਪਾਓਗੇ, ਇਨਸ਼ਾਅੱਲਾ ਤੁਹਾਡਾ ਅੱਖ ਬਿਲਕੁਲ ਸਾਫ਼, ਜਿਵੇਂ ਖਰਾਬ ਹੀ ਨਹੀਂ ਸੀ। ਕਬੂਤਰ ਦੀ ਅੱਖ ਸਹੀ ਹੋ ਜਾਏਗੀ ਇਨਸ਼ਾਅੱਲਾ। ਮਾਸ਼ਾਅੱਲਾ ਜੀ, ਉਸਤਾਦ ਨੇ ਬਹੁਤ ਅੱਛੀ ਟਿਪ ਦੱਸੀ ਆ ਅੱਖਾਂ ਵਾਸਤੇ। ਅਸਲ ਜਿਹੜੀ ਚੀਜ਼ ਹੁੰਦੀ ਹੈ ਨਾ, ਜਿਉਂ ਅੱਜ ਕੱਲ੍ਹ ਵਿਸਾਖ ਦਾ ਮੌਸਮ ਹੁੰਦਾ ਹੈ, ਉਸ ਵਕਤ ਥ੍ਰੈਸ਼ਰਾਂ ਲੱਗਦੀਆਂ। ਥ੍ਰੈਸ਼ਰਾਂ ਦੀ ਵਜ੍ਹਾ ਨਾਲ ਜਿਹੜਾ ਗਰਦੋ ਗੁਬਾਰ ਹੁੰਦਾ ਵਾ, ਉੱਡ ਕੇ ਫਜ਼ਾ ਦੇ ਵਿੱਚ ਜਾਂਦਾ। ਫਜ਼ਾ ਦੇ ਵਿੱਚ ਕਬੂਤਰਾਂ ਨੇ, ਬੱਚਿਆਂ ਨੇ ਆਪਣੀ ਪ੍ਰਵਾਜ਼ ਕਰਨੀ ਹੁੰਦੀ ਆ, ਤੇ ਉਹ ਉਹਨਾਂ ਦੀਆਂ ਜਿਹੜਾ ਗਰਦੋ ਗੁਬਾਰ ਹੁੰਦੀ ਆ, ਅੱਖਾਂ ਦੇ ਵਿੱਚ ਵੱਜਦੀ ਰਹਿੰਦੀ ਆ। ਉਹਦੀ ਵਜ੍ਹਾ ਨਾਲ ਵੀ ਕਬੂਤਰਾਂ ਦੀਆਂ, ਬੱਚਿਆਂ ਦੀਆਂ ਜਿਹੜੀਆਂ ਅੱਖਾਂ ਸੁਜ਼ਕ ਕਰਕੇ ਤੇ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਾਜ਼ ਟਾਈਮ ਬਹੁਤ ਇਹਤਿਆਤ ਇੱਕ ਕੰਮ ਦਾ ਕਰਨਾ ਪੈਂਦਾ ਹੈ। ਇਹਤਿਆਤ ਕੀ ਕਰਨਾ ਪੈਂਦਾ ਵਾ, ਕਿ ਤੁਸੀਂ ਜਿਸ ਵਕਤ ਸ਼ਾਮ ਦੇ ਟਾਈਮ ਰੋਟੀ ਖਾਂਦੇ ਆ, ਤੇ ਤੁਸੀਂ ਆਪਣੇ ਆਪ ਪੋਟੇ ਨਹੀਂ ਧੋਂਦੇ, ਹੱਥ ਨਹੀਂ ਧੋਂਦੇ,
ਇਹ ਮਿਰਚਾਂ ਲੱਗੀਆਂ ਹੁੰਦੀਆਂ, ਅਸੀਂ ਕਬੂਤਰ ਨੂੰ ਫੜ ਕੇ ਪਾਣੀ ਦੇਣਾ ਜਾਂ ਕੋਈ ਚੀਜ਼ ਵੀ ਦੇਣਾ, ਜਦੋਂ ਪਕੜਦੇ ਨਾ ਉਹਦਾ ਮੂੰਹ ਤੇ ਉਹਦੀਆਂ ਅੱਖਾਂ ਨੂੰ ਇਹ ਸਾਡੇ ਪੋਟੇ ਲੱਗਦੇ ਆ। ਉਹ ਮਿਰਚਾਂ ਲੱਗੀਆਂ ਹੁੰਦੀਆਂ, ਮਿਰਚਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਜਿਸ ਵਕਤ ਇਨਸਾਨ ਦੇ ਅੱਖ ਦੇ ਵਿੱਚ ਅਗਰ ਮਿਰਚ ਦਾ ਆਲਾ ਹੱਥ ਲੱਗ ਜੇ ਨਾ ਤੇ ਤੜਫਣਾ ਸ਼ੁਰੂ ਹੋ ਜਾਂਦਾ ਹੈ। ਤੇ ਉਹ ਬੇਜ਼ਬਾਨ ਜਾਨਵਰ ਹੁੰਦਾ, ਉਹਨੂੰ ਜਦੋਂ ਅਸੀਂ ਪਕੜਦੇ ਆ ਨਾ ਜੀ ਤੇ ਇਹਦੀ ਵਜ੍ਹਾ ਨਾਲ ਵੀ ਉਹ ਜਿਹੜੇ ਅੱਖਾਂ ਦੀ ਸੋਜ਼ਸ਼ ਸ਼ੁਰੂ ਹੋ ਜਾਂਦੀ ਆ। ਲਿਹਾਜ਼ਾ ਇhtiyat ਕਰਨਾ ਚਾਹੀਦਾ ਕਿ ਜਦੋਂ ਵੀ ਜ਼ਿੰਦਗੀ 'ਚ ਕੋਈ ਬਾਜ਼ੀ ਛੱਡੀ ਹੋਵੇ ਜਾਂ ਵੈਸੇ ਕਬੂਤਰਾਂ ਦੀ ਤਿਆਰੀ ਕਰ ਰਹੇ ਹੋਵੋ, ਰੋਟੀ ਖਾਣ ਤੋਂ ਬਾਅਦ ਹੱਥ ਜਿਹੜੇ ਸਾਬਣ ਨਾਲ 2 ਦਫਾ, ਖਾਸ ਕਰ ਉਂਗਲੀਆਂ ਅਗਲੀਆਂ ਲਾਜ਼ਮੀ 2 ਦਫਾ ਧੋਣੀਆਂ ਕਿ ਇਹ ਕਬੂਤਰਾਂ ਦੇ ਅਸੀਂ ਪਕੜਨ ਵਾਸਤੇ ਇਹਨਾਂ ਹੱਥਾਂ ਨੂੰ ਅੱਖਾਂ ਦੇ ਨਾਲ ਲੱਗਦੇ ਆ। ਉਹਨਾਂ ਜਿਵੇਂ ਉਸਤਾਦ ਜੀ ਕਹਿ ਰਹੇ ਨੇ, ਸਭ ਤੋਂ ਜ਼ਰੂਰੀ ਹੈ ਨਾ ਤੁਹਾਡਾ ਖੱਬੇ ਹੱਥ ਦਾ ਕਿਹੜਾ ਨਾ ਨੋਹ, ਇਹ ਨਹੀਂ ਹੋਣਾ ਚਾਹੀਦਾ ਵੱਡਾ, ਕਿਉਂਕਿ ਤੁਸੀਂ ਅੱਗੇ ਗਰਮੀ ਆ ਰਹੀ, ਕਬੂਤਰਾਂ ਦੀ ਪਲਟਾਈ ਕਰਨੀ ਹੈ ਨਾ, ਤੁਸੀਂ ਇਹੀ 2 ਉਂਗਲਾਂ ਦੀ ਇਸਤੇਮਾਲ ਕਰਨੀਆਂ ਹੀ ਕਰਨੀਆਂ ਨੇ। ਤੁਹਾਡਾ ਨੋਹ ਨਹੀਂ ਹੋਣਾ ਚਾਹੀਦਾ, ਜਾਂ ਤੁਹਾਡਾ ਚਬਾੜੀ ਤੇ ਲੱਗ ਗਿਆ ਜਾਂ ਜੇਬ ਤੇ ਲੱਗ ਗਿਆ, ਕਿਤੇ ਨਾ ਕਿਤੇ ਨੋਹ ਫਿਰ ਵੱਡਾ, ਕਈ ਬੰਦੇ ਹੁੰਦੇ ਨੇ ਏਡੇ ਏਡੇ ਵੱਡਾ ਨੋਹ ਪਲਟਾਈ ਵੀ ਕਰ ਦੇਣ। ਇਹ ਨੋਹ ਨਹੀਂ ਰੱਖਣਾ, ਨੋਹ ਰੱਖਣਾ ਸਿਰਫ ਸੱਜੇ ਹੱਥ ਦਾ। ਹੁਣ ਤਾਂ ਬਕਾਇਆ ਜਾਲੀ ਸਿਸਟਮ ਬਹੁਤ ਨਿਕਲਿਆ, ਹੁਣ ਤਾਂ ਸਿਸਟਮ ਹੀ ਇਦਾਂ ਦਾ ਖੱਬੇ ਹੱਥ ਦਾ ਨੋਹ ਨੂੰ ਬਚਾਉਣਾ, ਕਿ ਕਬੂਤਰ ਦੀ ਵਿਰਾਸਤ 'ਚ ਲੱਗੇ, ਕਿਤੇ ਵੀ ਲੱਗੇ, ਛੋਟੀ ਜਿਹੀ ਜਾਨ ਹੈ, ਫਿਰ ਉਹ ਜ਼ਖਮ ਬਣ ਜਾਂਦਾ। ਮਾਸ਼ਾਅੱਲਾ ਜੀ, ਬਹੁਤ ਅੱਛੀਆਂ ਦੋਸਤਾਂ। ਉਸਤਾਦ ਜੀ ਮੇਰਾ ਇੱਕ ਸਵਾਲ ਹੈ, ਤੁਸੀਂ ਜਿਹੜਾ ਦੱਸਿਆ ਜਲਾਬ ਵਾਲਾ ਤਰੀਕਾ, ਇਹਦੀ 20 ਕਬੂਤਰ ਹੋਣ ਕਮ ਸੇ ਕਮ ਕਿੰਨੀ ਮਿਕਦਾਰ ਹੋਣੀ ਚਾਹੀਦੀ ਸਿਰਪ ਦੀ? ਸਿਰਪ ਦੀ ਜਿਹੜੀ ਮਿਕਦਾਰ ਹੈ ਨਾ, ਇੱਕ ਸਾਡੇ ਤੇ ਸਿੰਧ ਉਹ ਚੱਲਦਾ ਹੈ ਮਿੱਟੀ ਵਾਲਾ ਬਰਤਨ, ਹਾਂਜੀ, ਉਹਨੂੰ ਕਹਿੰਦੇ ਸਿੰਧੀ ਚ ਪਾਟੋੜਾ। ਮਤਲਬ ਉਸਤਾਦ ਕਿੰਨਾ ਉਹ ਅੱਧਾ ਕਿਲੋ ਪਾਣੀ 'ਚ ਨਾ 2 ਢੱਕਣ ਪਾ ਦਿਓ ਤੁਸੀਂ, ਦੋ ਜਾਂ 3 ਪਾ ਪਾਣੀ 'ਚ 2 ਢੱਕਣ ਪਾ ਦਿਓ। 3 ਦਿਨ ਦਿਓਗੇ ਇਨਸ਼ਾਅੱਲਾ ਤੁਹਾਡੇ ਕਬੂਤਰ ਵਾਇਰਸ से निकल जाएंगे। ਲਓ ਜੀ, ਬਹੁਤ ਅੱਛੀਆਂ ਉਸਤਾਦ। ਵਾਇਰਸ ਪੈਣੀ ਹੁਣ ਜਿਹੜੀ ਹੈ ਨਾ। खालिद महमूद पी के ऑफ बुरे वाला हम बनेंगे आप दोस्तों की आवाज़। अल्लाह हाफिज़।